ਰਾਜਪਾਲ ਨੂੰ ਕਹਿ ਦਿੱਤਾ ਗਿਆ ਕਿ ਅੱਗ ਨਾਲ ਨਾ ਖੇਡੋ। ਉਸ ਵੇਲੇ ਜਦੋਂ ਸੁਣਵਾਈ ਸੀ ਨੂੰ ਇਹ ਸਿੱਧੀ ਚੇਤਾਵਨੀ ਹੋ ਗਈ। ਇਹ ਤਾਂ ਜੇ ਤਾਂ ਬਨਵਾਰੀ ਲਾਲ ਪ੍ਰੋਹਿਤ ਜੀ ਨੇ ਆਪਣਾ ਹੀ ਸੰਵਿਧਾਨ ਲੈ ਕੇ ਤੁਰਨਾ, ਆਪਣੀਆਂ ਹੀ ਚੀਜ਼ਾਂ ਲੈ ਕੇ ਤੁਰਨੀਆਂ, ਤੇ ਫਿਰ ਉਹ ਸੰਵਿਧਾਨ ਖਤਮ ਹੋ ਜਾਂਦਾ, ਫਿਰ ਅੱਗ ਹੈ। ਦੇਸ਼ ਦੇ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਵੀ ਗਏ ਆ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀ ਆ। ਲੋਕ ਸਭਾ 'ਚ ਜਿੰਨੇ ਬਿੱਲ ਪਾਸ ਹੁੰਦੇ, ਰਾਜ ਸਭਾ 'ਚ ਹੁੰਦੇ, ਮੈਂ ਤਾਂ ਨਹੀਂ ਦੇਖਿਆ ਜੀ ਕਦੀ ਉਹਨਾਂ ਨੇ ਰੋਕੇ ਹੋਣ। ਇਹ ਟੱਸਲ ਅੱਜ 1.5 ਸਾਲ ਹੋ ਗਿਆ ਚੱਲਦੇ। ਕਦੀ ਖਰਚੇ ਨੂੰ ਲੈ ਕੇ ਟੱਸਲ ਹੈ, ਕਦੀ ਜਵਾਬ ਨਾ ਦੇਣ ਦੀ ਟੱਸਲ ਹੈ, ਸੁਪਰੀਮ ਕੋਰਟ 'ਚ ਜਾਣਾ, ਝਾੜ। ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਬਿੱਲ ਪਾਸ ਹੋਏ ਆ, ਉਹ ਬਿੱਲਾਂ ਦੇ ਉੱਤੇ ਜਿਹੜਾ ਰਾਜਪਾਲ ਨੂੰ ਤੁਰੰਤ ਜਿਹੜਾ ਉਹਨਾਂ ਨੂੰ ਪਾਸ ਕਰਨਾ ਚਾਹੀਦਾ। ਐਵੇਂ ਉਹਨਾਂ ਨੂੰ ਲਟਕਾ ਕੇ ਰੱਖਣਾ ਕਰਨਾ, ਇਹ ਵੀ ਜਿਹੜਾ ਸੰਵਿਧਾਨ ਨੂੰ ਘਾਣ ਲਾਉਣ ਵਾਲਾ ਹੈ। ਬਜਟ ਸੈਸ਼ਨ ਹੋਇਆ ਗੈਰ ਕਾਨੂੰਨੀ, ਜੂਨ ਦਾ ਇਜਲਾਸ ਗੈਰ ਕਾਨੂੰਨੀ, ਅਕਤੂਬਰ ਦਾ ਇਜਲਾਸ ਗੈਰ ਕਾਨੂੰਨੀ, ਬਿੱਲ ਗੈਰ ਕਾਨੂੰਨੀ, ਇੰਨਾ ਕੁਝ ਗੈਰ ਕਾਨੂੰਨੀ ਹੋ ਗਿਆ ਕਿ ਇਹ ਸੀਐਮ ਨਾਲ ਕੋਈ ਨਿੱਜੀ ਰੰਜਿਸ਼ ਤਾਂ ਨਹੀਂ ਸੀ। ਇਹ ਕੁਦਰਤੀ ਗੱਲ ਹੈ ਕਿ ਜਿੱਥੇ ਜਿੱਥੇ ਵੀ ਪੰਗੇ ਹੈਗੇ ਨੇ, ਜਾਂ ਬੰਗਾਲ 'ਚ ਹੈ, ਕੇਰਲ 'ਚ ਹੈ, ਤਾਮਿਲਨਾਡੂ 'ਚ ਹੈ, ਦਿੱਲੀ 'ਚ ਪੰਜਵਾਂ ਪੰਜਾਬ ਹੈ, ਇੱਥੇ ਗੈਰ ਭਾਜਪਾ ਸਰਕਾਰਾਂ ਨੇ। ਸੁਪਰੀਮ ਕੋਰਟ ਵੱਲੋਂ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਅੱਗ ਦੇ ਨਾਲ ਨਾ ਖੇਡਣ ਰਾਜਪਾਲ। ਪਰ ਆਖਿਰਕਾਰ ਕਿਉਂ ਆਖਿਆ ਗਿਆ ਇਸ ਤਰ੍ਹਾਂ? ਸੁਣਵਾਈ ਵਾਲੇ ਦਿਨ, ਜਿਸ ਦਿਨ ਸੁਪਰੀਮ ਕੋਰਟ ਦੀ ਸੁਣਵਾਈ ਸੀ, ਉਸ ਦਿਨ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਫਟਕਾਰ ਲਾ ਦਿੱਤੀ ਜਾਂਦੀ ਹੈ। ਸੁਪਰੀਮ ਕੋਰਟ ਵੱਲੋਂ ਸਿੱਧੇ ਤੌਰ 'ਤੇ ਚੇਤਾਵਨੀ ਦੇ ਦਿੱਤੀ ਜਾਂਦੀ ਹੈ ਕਿ ਅੱਗ ਦੇ ਨਾਲ ਨਾ ਖੇਡੋ। ਇਸ ਦਾ ਮਤਲਬ ਕੀ ਸੀ? ਇਹ ਕਹਿਣ ਦੇ ਪਿੱਛੇ ਕਾਰਨ ਕੀ ਸੀ? ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ, ਉਹਨਾਂ ਤੋਂ ਜਾਣਦੇ ਹਾਂ। ਡਾਕਟਰ ਸਾਹਿਬ, ਬਹੁਤ ਸਵਾਗਤ ਹੈ, ਬੜਾ ਸ਼ੁਕਰੀਆ ਸਮਾਂ ਦਿੱਤਾ। ਬਹੁਤ ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਛਾ, ਇਹੀ ਬਿਆਨ ਸੁਪਰੀਮ ਕੋਰਟ ਦਾ ਵਿਵਾਦ ਬਣ ਗਿਆ। ਰਾਜਪਾਲ ਨੂੰ ਕਹਿ ਦਿੱਤਾ ਗਿਆ ਕਿ ਅੱਗ ਨਾਲ ਨਾ ਖੇਡੋ। ਉਸ ਵੇਲੇ ਜਦੋਂ ਸੁਣਵਾਈ ਸੀ, ਇਹ ਕਿਸ ਤਰ੍ਹਾਂ ਦੇਖਦੇ ਹੋ ਇਸ ਬਿਆਨ ਨੂੰ? ਇਹ ਸਿੱਧੀ ਚੇਤਾਵਨੀ ਹੋ ਗਈ। ਇਹ ਤਾਂ ਨਹੀਂ, ਚੇਤਾਵਨੀ ਨਹੀਂ। ਦੇਖੋ, ਸੁਪਰੀਮ ਕੋਰਟ ਦਾ ਸਭ ਤੋਂ ਵੱਡਾ ਜਿਹੜਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਹੈ ਜਾਂ ਹੋਰ ਜਸਟਿਸ ਹੈ, ਉਹਨਾਂ ਨੇ ਹਿੰਦੁਸਤਾਨ ਦੇ ਸੰਵਿਧਾਨ ਦੀ ਰੱਖਿਆ ਕਰਨੀ ਆ। ਹਿੰਦੁਸਤਾਨ ਦੇ ਵਿੱਚ ਜਿਹੜਾ ਸੰਵਿਧਾਨ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਨੇ ਲਿਖਿਆ, ਉਸ ਸੰਵਿਧਾਨ ਦੀ ਇੱਕ ਇੱਕ ਲਾਈਨ ਦੇ ਹਿਸਾਬ ਨਾਲ ਇਸ ਦੇਸ਼ ਨੂੰ ਚਲਾਉਣਾ, ਅਤੇ ਇਸ ਦੇਸ਼ ਦੇ ਵਿਵਾਦ ਜਿਹੜੇ ਆ, ਕਿਹਦਾ ਕੀ ਅਧਿਕਾਰ ਹੈ, ਕਿਹਦਾ ਕੀ ਮੌਲਿਕ ਅਧਿਕਾਰ ਹੈ, ਰਾਜਪਾਲ ਦੀ ਸ਼ਕਤੀਆਂ ਕੀ ਹੈ, ਸੀਐਮ ਦੀ ਪਾਵਰਸ ਕੀ ਹੈ, ਇੱਕ ਮਿਨਿਸਟਰ ਦੀਆਂ ਪਾਵਰ ਕੀ ਹੈ, ਉਹ ਸੁਪਰੀਮ ਕੋਰਟ ਦੇ ਜਸਟਿਸ ਨੇ ਉਸ ਸੰਵਿਧਾਨ ਦੇ ਦਾਇਰੇ 'ਚ, ਉਸ ਸੰਵਿਧਾਨ ਦੇ ਮੁਤਾਬਕ ਕਰਨਾ। ਸੰਵਿਧਾਨ ਦਾ, ਜੇ ਤੁਸੀਂ ਬਾਬਾ ਸਾਹਿਬ ਦਾ ਸੰਵਿਧਾਨ ਹੈ, ਜਿਨ੍ਹਾਂ ਨੇ ਤਾਂ ਪੜ੍ਹਿਆ ਉਹ ਤਾਂ ਸਮਝਦੇ ਆ ਕਿ ਸੰਵਿਧਾਨ ਦੀ ਧਾਰਾ 155 ਤੋਂ ਲੈ ਕੇ 161 ਦੇ ਵਿਚਕਾਰ ਜਿਹੜੇ ਗਵਰਨਰ ਹੈ, ਉਹਨਾਂ ਦੀਆਂ ਸ਼ਕਤੀਆਂ ਜਿਹੜੀਆਂ, ਉਹਦੇ ਬਾਰੇ ਪੂਰਾ ਜਾਣਕਾਰੀ ਦਿੱਤੀ ਗਈ ਹੈ ਕਿ ਗਵਰਨਰ ਕੋਲ ਕੀ ਪਾਵਰ ਹੈ ਅਤੇ ਗਵਰਨਰ ਕੀ ਕਰ ਸਕਦਾ ਅਤੇ ਗਵਰਨਰ ਦੀ ਕਿੱਥੇ ਤੱਕ ਉਹਦੀ ਲਿਮਿਟੇਸ਼ਨ ਹੈ। ਲੇਕਿਨ ਗੱਲ ਇਹ ਹੈਗੀ ਹੈ ਕਿ ਉਹਦੇ ਨਾਲ ਨਾਲ ਸੁਪਰੀਮ ਕੋਰਟ ਦੀ ਜ਼ਿੰਮੇਵਾਰੀ ਇਹ ਵੀ ਹੈ ਕਿ ਦੇਸ਼ ਦੇ ਵਿੱਚ ਲੋਕਤੰਤਰ ਨੂੰ ਬਚਾ ਕੇ ਰੱਖਣਾ। ਲੋਕਤੰਤਰ ਦਾ ਘਾਣ ਨਹੀਂ ਹੋਣਾ ਚਾਹੀਦਾ। ਹੁਣ ਜੇ ਬਨਵਾਰੀ ਲਾਲ ਪ੍ਰੋਹਿਤ ਨੇ, ਪੰਜਾਬ ਦੇ ਗਵਰਨਰ ਨੇ, ਇਹ ਇੱਕ ਚੁਣੀ ਹੋਈ ਸਰਕਾਰ, ਇੱਕ ਲੋਕਤੰਤਰ ਜਿਹਦਾ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਨੇ ਜ਼ਿਕਰ ਕੀਤਾ, ਲੋਕਾਂ ਨੂੰ ਅਧਿਕਾਰ ਦਿੱਤੇ ਹੈ ਇੱਕ ਵੋਟ ਪਾਉਣ ਦਾ, ਉਸ ਅਧਿਕਾਰ ਦਾ ਇਸਤੇਮਾਲ ਅਸੀਂ ਕੀਤਾ। ਲੋਕਤੰਤਰ ਦੇ ਦਾਇਰੇ 'ਚ ਰਹਿ ਕੇ, ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਇੱਕ MLA ਚੁਣਿਆ, ਉਹ MLA ਨੇ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਇੱਕ CM ਚੁਣਿਆ। ਉਸ CM ਨੂੰ ਜਿਹੜੀ ਸੰਵਿਧਾਨ ਦੀ ਧਾਰਾ ਦੇ ਤਹਿਤ, ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਸੰਵਿਧਾਨ ਦੇ ਤਹਿਤ, ਉਹ CM ਨੂੰ ਬਨਵਾਰੀ ਲਾਲ ਪ੍ਰੋਹਿਤ ਜੀ ਜਾਂ ਹੋਰ ਗਵਰਨਰ ਨੇ ਸਹੁੰ ਚੁਕਾਈ CM ਦੀ, ਅਤੇ ਉਸੇ ਸੰਵਿਧਾਨ ਦੀ ਉਲੰਘਣਾ ਕਰਨਾ ਵੀ ਇੱਕ ਜਿਹੜਾ ਵਾ ਉਹੀ ਖਦਸ਼ਾ ਹੈ ਜਿਹੜਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਉਹਨਾਂ ਨੇ ਜ਼ਾਹਰ ਕੀਤਾ ਕਿ ਤੁਸੀਂ ਅੱਗ ਨਾਲ ਨਾ ਖੇਡੋ। ਕਿਉਂਕਿ ਸੰਵਿਧਾਨ ਜੇ ਖਤਮ ਹੋ ਗਿਆ, ਜੇ ਤਾਂ ਬਨਵਾਰੀ ਲਾਲ ਪ੍ਰੋਹਿਤ ਜੀ ਨੇ ਆਪਣਾ ਹੀ ਸੰਵਿਧਾਨ ਲੈ ਕੇ ਤੁਰਨਾ, ਆਪਣੀਆਂ ਹੀ ਚੀਜ਼ਾਂ ਲੈ ਕੇ ਤੁਰਨੀਆਂ, ਅਤੇ ਫਿਰ ਉਹ ਸੰਵਿਧਾਨ ਖਤਮ ਹੋ ਜਾਂਦਾ, ਫਿਰ ਅੱਗ ਹੈ। ਜੇ ਸੰਵਿਧਾਨ ਖਤਮ ਹੋ ਗਿਆ, ਫਿਰ ਮੈਂ ਨਹੀਂ ਇੱਥੇ ਤੁਹਾਡੇ ਚੈਨਲ 'ਤੇ ਬੋਲ ਸਕਦਾ ਅਤੇ ਤੁਸੀਂ ਮੈਨੂੰ ਸਵਾਲ ਨਹੀਂ ਪੁੱਛ ਸਕਦੇ। ਤੁਹਾਡਾ ਸਵਾਲ ਪੁੱਛਣਾ ਇਸ ਕਰਕੇ ਮੈਨੂੰ, ਤੁਹਾਡੇ ਕੋਲ ਅਧਿਕਾਰ ਹੈ, ਤੁਸੀਂ ਉਸ ਸੰਵਿਧਾਨ ਦੇ ਵਿੱਚ ਜ਼ਿਕਰ ਹੈ ਅਤੇ ਉਸੇ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਮੈਂ ਇੱਕ ਜਵਾਬ ਤੁਹਾਨੂੰ ਦੇ ਰਿਹਾ। ਮੇਰੇ ਅਧਿਕਾਰ ਹੈ, ਮੌਲਿਕ ਅਧਿਕਾਰ ਹੈ। ਮੈਂ ਹਿੰਦੁਸਤਾਨ ਦਾ ਵਸਨੀਕ ਹਾਂ, ਮੇਰੇ ਕੋਲ ਰਾਈਟ ਟੂ ਐਜੂਕੇਸ਼ਨ ਹੈ, ਰਾਈਟ ਟੂ ਇਨਫੋਰਮੇਸ਼ਨ ਹੈ, ਰਾਈਟ ਟੂ ਸਪੀਚ ਹੈ। ਉਸ ਸੰਵਿਧਾਨ ਦਾ ਇੱਕ ਹਿੱਸਾ ਹੈ। ਜੇ ਉਸ ਸੰਵਿਧਾਨ ਦੇ ਹਿੱਸੇ ਤੋਂ ਪਾਰ ਕਰਕੇ ਕੋਈ ਵੀ ਕੋਸ਼ਿਸ਼ ਕਰੇਗਾ ਅਤੇ ਉਹ ਗੈਰ ਸੰਵਿਧਾਨਿਕ ਹੋਏਗਾ ਅਤੇ ਉਹ ਅੱਗ ਨਾਲ ਹੀ ਖੇਡਿਆ ਜਾਏਗਾ। ਯਾਨੀ ਕਿ ਇਹ ਕਹਿ ਦਈਏ ਕਿ ਜਿਹੜੀਆਂ ਧਾਰਾਵਾਂ ਦੇ ਵਿੱਚ ਉਹਨਾਂ ਦੀਆਂ ਡਿਊਟੀਜ਼ ਲਿਖੀਆਂ ਹੋਈਆਂ ਸੀ, ਮੈਨੂੰ ਲੱਗਦਾ ਕਿ ਰਾਜਪਾਲ ਆਪਣੀਆਂ ਡਿਊਟੀਜ਼ ਭੁੱਲ ਗਏ ਨੇ। ਹਾਂ, ਦੇਖੋ, ਡਿਊਟੀਜ਼ ਹੁੰਦੀਆਂ, ਇੱਕ ਡਿਊਟੀ ਹੁੰਦੀ ਹੈ ਕਿ ਤੁਸੀਂ ਬਿੱਲ ਨੂੰ ਸਾਈਨ ਕਰਨੇ ਆ, ਬਿੱਲ ਦੇ ਉੱਤੇ ਤੁਹਾਨੂੰ ਕੋਈ ਕੁਐਸਚਨੇਅਰ ਹੈ, ਕੋਈ ਵਿੱਚ ਖਦਸ਼ਾ ਹੈ, ਤੁਸੀਂ ਪੁੱਛਣਾ ਚਾਹੁੰਦੇ ਹੋ, ਉਹਦੇ ਬਾਰੇ ਤੁਸੀਂ ਸਰਕਾਰ ਕੋਲ ਪੁੱਛਣਾ ਕਿ ਇਹ ਬਿੱਲ ਪਾਸ ਹੋਇਆ, ਇਹਦੇ ਵਿੱਚ ਆ
ਜਿਹੜੇ ਆਬਜੈਕਸ਼ਨ ਹੈ ਇਹਨੂੰ ਰੇਜ਼ ਕਰ ਦਿਓ। ਲੇਕਿਨ ਇੱਕ ਚੁਣੀ ਹੋਈ ਸਰਕਾਰ, ਲੋਕਾਂ ਦੇ ਹਿੱਤਾਂ ਦੀ ਸਰਕਾਰ ਜਿਹੜੀ ਚੁਣਦੀ ਹੁੰਦੀ ਹੈ ਸਰਕਾਰ, ਉਹ ਲੋਕ ਵੋਟਾਂ ਨਾਲ ਚੁਣਦੇ ਆ। ਉਸ ਸਰਕਾਰ ਦੇ ਵਿੱਚ ਅਗਰ ਕੋਈ ਲੋਕ ਬਿੱਲ ਪਾਸ ਕੀਤਾ ਜਾਂਦਾ, ਉਹ ਬਿੱਲ ਮਨਜ਼ੂਰੀ ਲਈ ਰਾਜਪਾਲ ਕੋ ਜਾਂਦਾ। ਹੁਣ ਯਾਰ ਇੱਕ ਆਪਾਂ ਗੱਲ ਕਰੀਏ, ਦੇਸ਼ ਦੇ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਵੀ ਗਏ ਆ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀ ਆ। ਲੋਕ ਸਭਾ 'ਚ ਜਿੰਨੇ ਬਿੱਲ ਪਾਸ ਹੁੰਦੇ, ਰਾਜ ਸਭਾ 'ਚ ਹੁੰਦੇ, ਮੈਂ ਤਾਂ ਨਹੀਂ ਦੇਖਿਆ ਜੀ ਕਦੀ ਉਹਨਾਂ ਨੇ ਰੋਕੇ ਹੋਣ। ਜੇ ਇੱਕ ਵੀ ਬਿੱਲ ਤੁਹਾਡੀ ਨਜ਼ਰ 'ਚ ਹੈਗਾ ਕਿ ਰਾਮਨਾਥ ਕੋਵਿੰਦ ਜੀ ਨੇ, ਨਰਿੰਦਰ ਮੋਦੀ ਜੀ ਦੀ ਸਰਕਾਰ 'ਚ ਕੋਈ ਬਿੱਲ ਪਾਸ ਹੋਇਆ ਹੋਵੇ, ਉਹਨੂੰ ਰੋਕਿਆ ਹੋਵੇ, ਉਹ ਵਿਦਿਨ ਆਵਰਸ ਵੀ ਪਾਸ ਹੁੰਦੇ ਦੇਖਿਆ, ਘੰਟਿਆਂ ਦੇ ਵਿੱਚ ਵੀ ਪਾਸ ਹੁੰਦੇ ਦੇਖਿਆ। ਮੈਨੂੰ ਨਹੀਂ ਲੱਗਦਾ ਕਿਸੇ ਬਿੱਲ ਦੇ ਉੱਤੇ ਕੇਂਦਰ ਸਰਕਾਰ ਦੀ ਤੇ ਰਾਸ਼ਟਰਪਤੀ, ਜਿਹੜਾ ਕੇਂਦਰ ਸਰਕਾਰ ਉਹ ਰਾਸ਼ਟਰਪਤੀ ਦਾ ਰਿਸ਼ਤਾ, ਉਹੀ ਰਿਸ਼ਤਾ ਪੰਜਾਬ ਦੇ ਵਿੱਚ ਭਗਵੰਤ ਮਾਨ ਔਰ ਬਨਵਾਰੀ ਲਾਲ ਪੁਰੋਹਿਤ ਜੀ ਦਾ। ਔਰ ਇਹ ਭਗਵੰਤ ਮਾਨ ਜੀ ਦੀ ਸਰਕਾਰ ਦੇ ਵਿੱਚ ਵਿਧਾਨ ਸਭਾ 'ਚ ਬਿੱਲ ਪਾਸ ਹੋਣੇ ਆ ਜਿਵੇਂ ਲੋਕ ਸਭਾ 'ਚ ਪਾਸ ਹੁੰਦੇ ਆ, ਉਸ ਤਰ੍ਹਾਂ ਹੀ ਉੱਥੇ ਰਾਸ਼ਟਰਪਤੀ ਕੋ ਜਾਂਦਾ, ਇੱਥੇ ਰਾਜਪਾਲ ਕੋ ਜਾਂਦਾ ਬਿੱਲ ਪਾਸ ਹੋਣ ਲਈ, ਉਹਨੂੰ ਮਨਜ਼ੂਰੀ ਦੇਣੀ ਹੈ। ਹੁਣ ਬਿੱਲ ਜੇ ਇੰਨੇ ਪੈਂਡਿੰਗ ਰਹਿ ਜਾਣ, ਹੁਣ ਜੇ ਪੈਂਡਿੰਗ ਰਹਿ ਜਾਣ, ਫਿਰ ਤਾਂ ਲੋਕਾਂ ਨੇ ਜਿਹੜੀ ਸਰਕਾਰ ਚੁਣੀ ਆ, ਲੋਕਾਂ ਨੇ ਵੋਟ ਪਾ ਕੇ ਜਿਨ੍ਹਾਂ ਨੂੰ ਵਿਧਾਨ ਸਭਾ 'ਚ ਭੇਜਿਆ, ਫਿਰ ਤਾਂ ਉਹਦਾ ਮਤਲਬ ਹੀ ਕੋਈ ਨਹੀਂ। ਫਿਰ ਤਾਂ ਸਿੱਧਾ ਹੀ ਲੋਕ ਇੱਕ ਕੰਸੈਂਸਸ ਬਣਾ ਲੈਣ ਅਤੇ ਬਨਵਾਰੀ ਲਾਲ ਪੁਰੋਹਿਤ ਜੀ ਨੂੰ ਭੇਜ ਦੇਣ, ਜੀ ਪਾਸ ਕਰ ਦਿਓ, ਉਹੀ ਕਰਨ। ਲੇਕਿਨ ਠੀਕ ਹੈ, ਤੁਸੀਂ ਪੰਜਾਬ ਦਾ ਦੌਰਾ ਕਰੋ, ਤੁਸੀਂ ਪੰਜਾਬ ਦੀਆਂ ਮੁਸ਼ਕਲਾਂ ਨੂੰ ਦੇਖੋ, ਪੰਜਾਬ ਦੇ ਵਿੱਚ ਗੱਲ ਕਰੋ, ਪੰਜਾਬ ਦੇ ਲੋਕਾਂ ਦੀ ਰੀਹੈਬਲੀਟੇਸ਼ਨ ਦੇ ਵਿੱਚ ਪੰਜਾਬ ਦੇ ਲੋਕ। ਲੇਕਿਨ ਗੱਲ ਇਹ ਹੈ ਕਿ ਜਿਹੜੀ ਚੁਣੀ ਹੋਈ ਸਰਕਾਰ ਦੇ ਲੋਕਤੰਤਰਿਕ ਅਧਿਕਾਰ ਹੈ, ਉਹਦਾ ਘਾਣ ਨਹੀਂ ਹੋਣਾ ਚਾਹੀਦਾ। ਨਹੀਂ ਤਾਂ ਇੱਕ ਲੋਕਤੰਤਰ ਦਾ ਜੇ ਘਾਣ ਹੁੰਦਾ ਤੇ ਫਿਰ ਇਹ ਦੇਸ਼ ਲਈ ਖਤਰਨਾਕ ਹੋਏਗਾ। ਫਿਰ ਕੱਲ੍ਹ ਨੂੰ ਤਾਂ ਰਾਸ਼ਟਰਪਤੀ ਵੀ ਕਰੇਗਾ ਜੀ। ਫਿਰ ਤਾਂ ਜਿਹੜੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ, ਉਹ ਵੀ ਨਰਿੰਦਰ ਮੋਦੀ ਦੀ ਸਰਕਾਰ ਦੇ ਜਿੰਨੇ ਬਿੱਲ ਜਾਣਗੇ ਰਾਜ ਸਭਾ ਦੇ ਅਤੇ ਲੋਕ ਸਭਾ ਦੇ, ਉਹ ਵੀ ਕਿੰਤੂ ਪਰੰਤੂ ਕਰਨਗੇ ਅਤੇ 6-6 ਮਹੀਨੇ ਲਟਕੇ ਰਹਿਣਗੇ। ਸੋ ਮੇਰੇ ਕਹਿਣ ਦਾ ਇਹ ਮਕਸਦ ਹੈਗਾ ਕਿ ਆਪਣੇ ਅਧਿਕਾਰ ਜਿੰਨੇ ਆ, ਕਿ ਅਸੀਂ ਸੂਬਾ ਸਰਕਾਰ ਔਰ ਕੇਂਦਰ ਸਰਕਾਰ ਦੇ ਵਿੱਚ ਇੱਕ ਪੁਲ ਬਣਨਾ। ਅਸੀਂ ਦੇਸ਼, ਦੇਖੋ ਸਟੇਟ ਦਾ ਪਹਿਲਾ ਜਿਹੜਾ ਨਾਗਰਿਕ ਹੈ, ਸਟੇਟ ਦਾ ਪਹਿਲਾ ਨਾਗਰਿਕ ਗਵਰਨਰ ਹੁੰਦਾ। ਸਾਡੇ ਪੰਜਾਬ ਦਾ ਪਹਿਲਾ ਨਾਗਰਿਕ ਗਵਰਨਰ ਹੈ। ਆਪਣੇ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਉਹਨੇ ਇਸ ਸੂਬੇ ਦਾ ਸੰਚਾਲਨ ਕਰਨਾ, ਲੇਕਿਨ ਉਹਨੇ ਸੰਚਾਲਨ CM ਤੋਂ ਕਰਵਾਉਣਾ। CM ਤੋਂ ਉਹਦੀਆਂ ਉਹਨੇ ਰਿਪੋਰਟਸ ਲੈਣੀਆਂ ਔਰ ਕੇਂਦਰ ਸਰਕਾਰ ਨੂੰ ਭੇਜਣੀਆਂ। ਇਹ ਉਹਦੀਆਂ ਡਿਊਟੀਜ਼ ਤੇ ਹੈਗੀਆਂ। ਲੇਕਿਨ ਜੇ ਅਸੀਂ ਕਹੀਏ ਕਿ ਮੈਂ ਬਿੱਲ ਪਾਸ ਕਰਕੇ ਵਿਧਾਨ ਸਭਾ 'ਚੋਂ ਗਏ ਨੇ ਅਤੇ ਉਹ ਪਾਸ ਹੀ ਨਹੀਂ ਕਰਨੇ, ਹੁਣ ਇਹਨਾਂ ਦੇ ਵਿੱਚ ਲੜਾਈ ਕਿਸ ਤੋਂ ਸ਼ੁਰੂ ਹੋਈ ਆ? ਲੜਾਈ ਹੁਣ ਤੁਹਾਨੂੰ ਮੈਂ ਪਿੱਛੇ ਥੋੜ੍ਹਾ ਦੱਸ ਦਈਏ, ਕਿਉਂਕਿ ਲੜਾਈ ਦਾ ਜ਼ਰੂਰ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ। ਲੋਕ ਵੀ ਥੋੜ੍ਹੀ ਸ਼ਾਰਟ ਮੈਮਰੀ ਵਾਲੇ ਭੁੱਲ ਜਾਂਦੇ ਛੇਤੀ। ਯਾਦ ਹੋਏਗਾ ਤੁਹਾਨੂੰ ਆਪਰੇਸ਼ਨ ਲੋਟਸ, ਔਰ ਆਪਰੇਸ਼ਨ ਲੋਟਸ ਦੇ ਵਿੱਚ ਜਲੰਧਰ ਦੇ 2 MLA ਸੀ, ਸ਼ੀਤਲ ਅੰਗਰਾਲ ਅਤੇ ਰਮਨ ਅਰੋੜਾ। ਇਹਨਾਂ ਦਾ ਦੋਸ਼ ਸੀਗਾ ਕਿ ਸਾਨੂੰ ਜਿਹੜੀ ਕੇਂਦਰ ਸਰਕਾਰ ਦੀ ਹਕੂਮਤ ਹੈ, ਉਹਨਾਂ ਦੇ ਕੇਂਦਰੀ ਮੰਤਰੀ ਅਮਿਤ ਸ਼ਾਹ ਵੱਲੋਂ ਅਤੇ ਅਨੁਰਾਗ ਠਾਕਰ ਵੱਲੋਂ ਇਹ ਸਿੱਧੇ ਤੌਰ 'ਤੇ ਨਹੀਂ, ਅਸਿੱਧੇ ਤੌਰ 'ਤੇ ਸਾਨੂੰ 25-25 ਕਰੋੜ 'ਚ ਖਰੀਦਣ ਦੀ ਕੋਸ਼ਿਸ਼ ਕੀਤੀ ਗਈ। ਔਰ ਵਿਜੀਲੈਂਸ ਵਿੱਚ ਉਹਦੀ FIR ਵਿਜੀਲੈਂਸ ਦੀ ਦਰਜ ਵੀ ਹੋਈ। ਪੂਰੇ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਪ੍ਰਦਰਸ਼ਨ ਕੀਤਾ, ਉਹਦੇ ਖਿਲਾਫ ਭਾਰਤੀ ਜਨਤਾ ਪਾਰਟੀ ਨੇ ਪ੍ਰਦਰਸ਼ਨ ਕੀਤਾ। ਉਹਦੇ ਉੱਤੇ ਆਪਰੇਸ਼ਨ ਲੋਟਸ ਦੇ ਉੱਤੇ ਸਪੈਸ਼ਲ ਸੈਸ਼ਨ ਜਿਹੜਾ ਭਗਵੰਤ ਮਾਨ ਜੀ ਨੇ ਸੱਦਿਆ ਕਿ ਅਸੀਂ ਉਹਦਾ ਸੈਸ਼ਨ ਸੱਦਣਾ, ਜਿਹੜੀ ਸਾਡੇ ਵਿਧਾਇਕਾਂ ਦੀ ਖਰੀਦੋ ਫਰੋਖਤ ਦੀ ਕੋਸ਼ਿਸ਼ ਹੋਈ ਹੈ। ਔਰ ਉਹ ਸੈਸ਼ਨ ਦੀ ਜਿਹੜੀ ਹੈ ਪਹਿਲਾਂ ਤਾਂ ਮਨਜ਼ੂਰੀ ਰਾਜਪਾਲ ਜੀ ਨੇ ਦੇ ਦਿੱਤੀ। ਬਾਅਦ 'ਚ ਜਦੋਂ ਉਹਨੂੰ ਪਤਾ ਲੱਗਿਆ ਬਈ ਇਹ ਤਾਂ ਆਪਰੇਸ਼ਨ ਲੋਟਸ ਸਾਡੇ ਹੀ ਕੇਂਦਰੀ ਮੰਤਰੀ, ਕਿਉਂਕਿ ਬਨਵਾਰੀ ਲਾਲ ਪੁਰੋਹਿਤ ਜੀ ਬੇਸਿਕਲੀ ਤਾਂ BJP ਦੇ ਲੀਡਰ ਨੇ, ਔਰ ਇਹਨਾਂ ਨੂੰ ਜਿਹੜਾ ਕੇਂਦਰ ਦੀ ਹਕੂਮਤ ਹੈ, ਰਾਸ਼ਟਰਪਤੀ ਨੇ ਦੇਸ਼ ਦੇ, ਉਹਨਾਂ ਨੇ ਇਹਨਾਂ ਨੂੰ ਪੰਜਾਬ ਦਾ ਗਵਰਨਰ ਲਗਾਇਆ। ਔਰ ਕਿਤੇ ਜਿਹੜੀ ਉਹ ਪਾਰਟੀ ਦੀ ਆਈਡੀਓਲੋਜੀ 'ਚੋਂ ਨਿਕਲੇ ਹੋਣ, ਜਿਹੜੀ ਚਲੋ ਹੁਣ ਤੱਕ ਕੌਂਸਟੀਟਿਊਸ਼ਨਲ ਪੋਸਟ ਹੈ, ਕਿਸੇ ਰੈਲੀ 'ਚ ਨਹੀਂ ਜਾ ਸਕਦੇ, ਕਿਸੇ ਸਟੇਜ 'ਤੇ ਨਹੀਂ ਜਾ ਸਕਦੇ, ਲੇਕਿਨ ਵਿਚਾਰਧਾਰਾ ਕਦੀ ਨਹੀਂ ਬਦਲਦੀ। ਜੇ ਮੇਰੀ ਵਿਚਾਰਧਾਰਾ RSS ਦੀ ਹੈ ਅਤੇ ਮੇਰੀ ਵਿਚਾਰਧਾਰਾ RSS ਦੀ ਰਹੇਗੀ, ਚਾਹੇ ਮੈਂ ਬੈਂਕ 'ਚ ਨੌਕਰੀ ਕਰਦਾ ਹੋਵਾਂ, ਚਾਹੇ ਮੈਂ ਰੇਲਵੇ 'ਚ ਨੌਕਰੀ ਕਰਦਾ ਹੋਵਾਂ, ਅਤੇ ਚਾਹੇ ਮੈਂ ਜਰਨਲਿਸਟ ਹੋਵਾਂ। ਅਤੇ ਜੇ ਮੇਰੀ ਵਿਚਾਰਧਾਰਾ ਕੱਟੜਪੰਥੀ ਆ, ਆਪਣੇ ਧਰਮ ਦੇ ਪ੍ਰਤੀ ਮੇਰੀ ਕੱਟੜਪੰਥਾ ਦੀ ਵਿਚਾਰਧਾਰਾ, ਉਹ ਮੇਰੀ ਨਾਲ ਪੈਰਲਲ ਚੱਲੇਗੀ। ਬਨਵਾਰੀ ਲਾਲ ਪੁਰੋਹਿਤ ਜੀ ਉਸ ਵਿਚਾਰਧਾਰਾ 'ਚੋਂ ਨਿਕਲੇ ਹੋਏ ਨੇ। ਔਰ ਠੀਕ ਹੈ, ਵਿਚਾਰਧਾਰਾ ਹੋਣਾ ਇੱਕ ਬਹੁਤ ਅੱਛੀ ਗੱਲ ਹੈ। ਇਸ ਜਮਹੂਰੀਅਤ ਦੇਸ਼ ਦੇ ਵਿੱਚ, ਇੱਕ ਲੋਕਤੰਤਰ ਦੇਸ਼ ਦੇ ਵਿੱਚ ਵਿਚਾਰਧਾਰਾ ਇੱਕ ਬਹੁਤ। ਹੁਣ ਗੱਲ ਆਉਂਦੀ ਹੈ ਕਿ ਉਹਨਾਂ ਦੀ ਹੀ ਪਾਰਟੀ ਦੇ ਕੇਂਦਰੀ ਮੰਤਰੀਆਂ ਨੂੰ ਵਿਧਾਨ ਸਭਾ ਦੇ ਵਿੱਚ ਜਾ ਕੇ ਉਹਨਾਂ ਦੇ ਖਿਲਾਫ ਬਿੱਲ ਪਾਸ ਹੋਵੇ, ਉਹਨਾਂ ਦੇ ਵਿੱਚ ਖਿਲਾਫ ਮਤਾ ਪਾਸ ਹੋਵੇ, ਅਤੇ ਇਹ ਵੀ ਬਨਵਾਰੀ ਲਾਲ ਪੁਰੋਹਿਤ ਜੀ ਕੋਲ ਸਹਿਨ ਨਹੀਂ ਹੋਣਾ ਸੀ। ਉਹਨਾਂ ਨੇ ਨਾਲ ਹੀ ਪਹਿਲਾਂ ਮਨਜ਼ੂਰੀ ਦਿੱਤੀ, ਬਾਅਦ 'ਚ ਉਸ ਨੂੰ ਰੱਦ ਕਰਤਾ। ਜਦੋਂ ਰੱਦ ਕੀਤਾ ਗਿਆ
ਤੇ ਬਾਅਦ ਦੇ ਵਿੱਚ ਹੰਗਾਮਾ ਪੂਰੇ ਦੇਸ਼ ਦੇ ਵਿੱਚ ਪਰਪਿਆ, ਪੰਜਾਬ ਦੇ ਵਿੱਚ ਪਰਪਿਆ, ਕਿਉਂਕਿ ਦੋਸ਼ ਲੱਗੇ ਕਿ ਇਹ ਆਮ ਆਦਮੀ ਪਾਰਟੀ ਜਿਹੜੀ ਹੈ ਇਹਨੂੰ ਗੁਜਰਾਤ ਇਲੈਕਸ਼ਨਾਂ 'ਚ ਕੈਸ਼ ਕਰਨਾ ਚਾਹੁੰਦੀ ਹੈ। ਵਿਜੀਲੈਂਸ ਨੇ FIR ਦਰਜ ਕੀਤੀ, ਉਹ ਅਲੱਗ ਗੱਲ ਹੈ, ਉਹ ਅਲੱਗ ਵਿਸ਼ਾ ਹੈ ਕਿ ਹਜੇ ਤੱਕ ਉਹ ਜਿਹੜੀ ਜਾਂਚ ਹੈ ਵਿਜੀਲੈਂਸ ਦੀ ਪੈਂਡਿੰਗ ਪਈ ਹੈ। ਉਹਦੇ ਵਿੱਚ ਅੱਗੋਂ ਇਨਵੈਸਟੀਗੇਸ਼ਨਸ ਕੀ ਹੋਈਆਂ ਉਹ ਮੈਨੂੰ ਨਹੀਂ ਪਤਾ, ਕਿਉਂਕਿ ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈ, ਇਹ ਵਿਜੀਲੈਂਸ ਦੀ ਆਪਣੀ ਜੁਡੀਕਸ਼ਨ ਦਾ ਮੈਟਰ ਹੈਗਾ। ਤੇ ਲੇਕਿਨ ਗੱਲ ਇਹ ਹੈ ਕਿ ਜਿਹੜੀ ਸੰਵਿਧਾਨਿਕ ਚੀਜ਼ਾਂ ਦੀ ਗੱਲ ਆਪਾਂ ਕਰ ਰਹੇ ਹਾਂ ਕਿ ਉਸ ਸੈਸ਼ਨ ਨੂੰ ਰੱਦ ਕੀਤਾ ਗਿਆ, ਉਸ ਤੋਂ ਬਾਅਦ ਇੱਕ ਲਕੀਰ ਜਿਹੜੀ ਹੈ ਰਾਜ ਭਵਨ ਤੇ ਪੰਜਾਬ ਦੇ CM ਦੇ ਵਿਚਕਾਰ ਖਿੱਚ ਗਈ। ਉਸ ਤੋਂ ਬਾਅਦ ਲਗਾਤਾਰ ਚਿੱਠੀਆਂ ਇੱਕ ਦੂਜੇ ਨੂੰ ਦੇਣੀਆਂ, ਤਲਖੀ ਭਰੀਆਂ ਚਿੱਠੀਆਂ, ਤਲਖੀ ਭਰੇ ਟਵੀਟ, ਪ੍ਰੈਸ ਕਾਨਫਰੰਸ ਹੋਣੀਆਂ, ਇਹ ਮੁੱਦੇ ਚੱਲਦੇ ਰਹੇ ਔਰ ਚੱਲਦੇ ਐਸ ਸਟੇਜਾਂ ਦੇ ਉੱਤੇ ਆ ਗਏ ਕਿ ਹੁਣ ਜਿਹੜੇ 3 ਬਿੱਲ ਪਾਸ ਹੋਏ ਆ ਪਿੱਛੇ ਜੀ, ਉੱਤੇ ਜਿਹੜੀ ਬਨਵਾਰੀ ਲਾਲ ਪੁਰੋਹਿਤ ਜੀ ਨੂੰ ਬਿਲਕੁਲ ਹੋਣਾ ਵੀ ਉਹਨਾਂ ਦਾ ਜਾਇਜ਼ ਹੈ। ਜੇ ਮੈਂ ਸਮਝਾਂ ਬਈ ਉਹਨਾਂ ਨੂੰ ਯੂਨੀਵਰਸਿਟੀਜ਼ ਦੇ ਚਾਂਸਲਰ ਹੈਗੇ ਆ ਤੇ ਉਹਨਾਂ ਨੂੰ ਜਿਹੜਾ VC ਲਗਾਉਣ ਦਾ ਅਧਿਕਾਰ ਉਹਨਾਂ ਕੋਲ ਖੋਹ ਕੇ ਸੂਬੇ ਦੇ CM ਨੇ ਆਪਣੇ ਕੋਲ ਲਿੱਤਾ, ਉਹਦਾ ਬਿੱਲ ਪਾਸ ਕੀਤਾ ਗਿਆ, ਉਹਨਾਂ ਨੇ ਬਿੱਲ ਪੈਂਡਿੰਗ ਕਰ ਦਿੱਤਾ। ਗੁਰਦੁਆਰਾ ਐਕਟ ਦਾ ਜਿਹੜਾ ਸੰਸ਼ੋਧਨ ਹੈ ਉਹਦਾ ਬਿੱਲ ਪਾਸ ਹੋਇਆ, ਉਹ ਜਿਹੜਾ ਉਹਨਾਂ ਨੇ ਬਿੱਲ ਪੈਂਡਿੰਗ ਕਰ ਦਿੱਤਾ। ਸੋ ਕਹਿਣ ਦਾ ਮੇਰਾ ਮਕਸਦ ਹੈ ਜਿਹਦੇ ਵਿੱਚ ਬਨਵਾਰੀ ਲਾਲ ਪੁਰੋਹਿਤ ਜੀ ਨੂੰ ਇਹ ਲੱਗਿਆ ਕਿ ਮੈਨੂੰ ਵੀ ਜਿਹੜਾ ਵਾ ਹੁਣ ਮੇਰੇ ਕੋਲ ਤਾਂ VC ਲਾਉਣ ਦਾ ਅਧਿਕਾਰ ਨਹੀਂ ਰਿਹਾ ਸੂਬੇ ਦੇ ਵਿੱਚ, ਤਾਂ ਉਹ ਆਪਣੀ ਕਲਮ ਨਾਲ ਕਿਵੇਂ ਸਾਈਨ ਕਰ ਸਕਦੇ ਆ ਇੱਕ ਕਿ ਹਾਂ ਰਾਜਪਾਲ ਤੋਂ ਜਿਹੜੇ ਆ ਅਧਿਕਾਰ ਖੋਏ ਜਾਂਦੇ ਆ, ਉਹਨੂੰ ਹੀ ਰਾਜਪਾਲ ਮਨਜ਼ੂਰੀ ਦੇ ਰਹੇ ਆ ਬਿੱਲ ਨੂੰ। ਇੱਕ ਥੋੜ੍ਹਾ ਜਿਹਾ ਅੰਦਰੋਂ ਵੀ ਨਮੋਸ਼ੀ ਹੁੰਦੀ ਹੈ ਔਰ ਖੈਰ ਜਿਹੜੀ ਹੈ ਨਮੋਸ਼ੀ ਹੈ ਵੀ ਹੈ। ਔਰ ਆ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਟੱਸਲ ਅੱਜ 1.5 ਸਾਲ ਹੋ ਗਿਆ ਚੱਲਦੇ, ਕਦੀ ਖਰਚੇ ਨੂੰ ਲੈ ਕੇ ਟੱਸਲ ਹੈ, ਕਦੀ ਜਵਾਬ ਨਾ ਦੇਣ ਦੀ ਟੱਸਲ ਹੈ, ਸੁਪਰੀਮ ਕੋਰਟ 'ਚ ਜਾਣਾ ਝਾੜ। ਲੇਕਿਨ ਗੱਲ ਇੱਕੋ ਤੇ ਆ ਕੇ ਖ਼ਤਮ ਹੁੰਦੀ ਹੈ ਕਿ ਜੋ ਸੰਵਿਧਾਨ 'ਚ ਲਿਖਿਆ, ਜੋ ਲੋਕਤੰਤਰ ਦੀ ਪਰਿਭਾਸ਼ਾ ਹੈ, ਜੋ ਲੋਕਤੰਤਰ ਦੇ ਵਿੱਚ ਹੈਗਾ, ਲੋਕਤੰਤਰ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਲੋਕਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਉਹਦੇ ਵਿੱਚ ਜਿਹੜਾ ਵਿਧਾਨ ਸਭਾ 'ਚ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਬਿੱਲ ਪਾਸ ਹੋਏ ਆ, ਉਹ ਬਿੱਲਾਂ ਦੇ ਉੱਤੇ ਜਿਹੜਾ ਰਾਜਪਾਲ ਨੂੰ ਤੁਰੰਤ ਜਿਹੜਾ ਉਹਨਾਂ ਨੂੰ ਪਾਸ ਕਰਨਾ ਚਾਹੀਦਾ। ਐਵੇਂ ਉਹਨਾਂ ਨੂੰ ਲਟਕਾ ਕੇ ਰੱਖਣਾ ਕਰਨਾ, ਇਹ ਵੀ ਜਿਹੜਾ ਸੰਵਿਧਾਨ ਨੂੰ ਘਾਣ ਲਾਉਣ ਵਾਲਾ ਹੈ। ਉਹੀ ਤਾਂ ਗੱਲ ਕੀਤੀ ਜਾ ਰਹੀ ਹੈ, ਕਿਉਂਕਿ ਲੰਘੇ ਕੁਝ ਮਹੀਨਿਆਂ ਦੇ ਵਿੱਚ ਬਹੁਤ ਕੁਝ ਹੋਇਆ, ਭਾਵੇਂ ਉਹ ਬਜਟ ਸੈਸ਼ਨ ਹੋਇਆ ਗੈਰ ਕਾਨੂੰਨੀ, ਜੂਨ ਦਾ ਇਜਲਾਸ ਗੈਰ ਕਾਨੂੰਨੀ, ਅਕਤੂਬਰ ਦਾ ਇਜਲਾਸ ਗੈਰ ਕਾਨੂੰਨੀ, ਬਿੱਲ ਗੈਰ ਕਾਨੂੰਨੀ, ਇੰਨਾ ਕੁਝ ਗੈਰ ਕਾਨੂੰਨੀ ਹੋ ਗਿਆ ਕਿ ਇਹ CM ਨਾਲ ਕੋਈ ਨਿੱਜੀ ਰੰਜਿਸ਼ ਤਾਂ ਨਹੀਂ ਸੀ। ਰੰਜਿਸ਼ ਉਹੀ ਸੀ ਜਿਹੜੀ ਸ਼ੁਰੂ ਹੋਈ ਆਪਰੇਸ਼ਨ ਲੋਟਸ ਤੋਂ, ਉਹੀ ਰੰਜਿਸ਼ ਸੀ। ਪ੍ਰੋਬਲਮ ਤਾਂ ਉੱਥੋਂ ਆਪਰੇਸ਼ਨ ਲੋਟਸ ਤੋਂ ਸ਼ੁਰੂ ਹੋਈ ਹੈ, ਵੱਖ-ਵੱਖ ਹੋਏ ਨੇ ਦੋਨੋਂ ਜਣੇ, ਉੱਥੋਂ ਹੀ ਉਹਨਾਂ ਨੇ ਸੈਸ਼ਨ ਰੱਦ ਕੀਤਾ ਤੇ ਇਹ ਆ ਗਿਆ। ਹੁਣ ਦੂਜੀ ਜਿਹੜੀ ਗੱਲ ਹੈ ਕਿਉਂਕਿ ਰਾਜਪਾਲ ਇਕੱਲੇ ਜਿਹੜੀਆਂ ਇਹ ਹੁਣ ਦੂਜਾ ਜਿਹੜਾ ਦਾ ਪਹਿਲੂ ਹੈ, ਜੇ ਪੰਜਾਬ 'ਚ BJP ਦੀ ਸਰਕਾਰ ਹੁੰਦੀ ਫਿਰ ਇਹ ਦਿਨ ਨਹੀਂ ਹੋਣਾ ਸੀ। ਤੇ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਜਿੱਥੇ BJP ਦੀ ਸਰਕਾਰ ਹੈ, ਮੈਂ ਨਹੀਂ ਕਦੀ ਸੁਣਿਆ ਕਿ ਗੁਜਰਾਤ ਦੇ ਗਵਰਨਰ ਤੇ ਗੁਜਰਾਤ ਦਾ CM ਕਦੀ ਆਪਸ 'ਚ ਉਲਝੇ ਹੋਣ, ਮੱਧ ਪ੍ਰਦੇਸ਼ ਦਾ CM ਤੇ ਮੱਧ ਪ੍ਰਦੇਸ਼ ਦੇ ਗਵਰਨਰ ਕਦੀ ਆਪਸ 'ਚ ਉਲਝੇ ਹੋਣ, ਮੈਂ ਤਾਂ ਨਹੀਂ ਕਦੀ ਸੁਣਿਆ। ਸੋ ਇਹ ਕੁਦਰਤ ਦੀ ਗੱਲ ਹੈ ਕਿ UP ਦੇ ਯੋਗੀ ਆਦਿੱਤਿਆਨਾਥ ਨਾਲ ਤਾਂ ਨਹੀਂ ਉੱਥੇ ਦੇ ਰਾਜਪਾਲ ਕਦੀ ਇੱਦਾਂ ਬਿੱਲ ਰੋਕਦੇ। ਇਹ ਕੁਦਰਤੀ ਗੱਲ ਹੈ ਕਿ ਜਿੱਥੇ ਵੀ ਪੰਗੇ ਹੈਗੇ ਨੇ, ਜਾਂ ਬੰਗਾਲ 'ਚ ਹੈ, ਕੇਰਲ 'ਚ ਹੈ, ਤਾਮਿਲਨਾਡੂ 'ਚ ਹੈ, ਦਿੱਲੀ 'ਚ ਪੰਜਵਾਂ ਪੰਜਾਬ ਹੈ, ਇੱਥੇ ਗੈਰ ਭਾਜਪਾ ਸਰਕਾਰਾਂ ਨੇ। ਰਾਜਪਾਲ ਜਿਹੜੇ ਲੱਗੇ ਨੇ, ਮੈਂ ਤੁਹਾਨੂੰ ਪਹਿਲਾਂ ਬਰੀਫ ਕਰਕੇ ਹਟਿਆ, ਉਸ ਆਈਡੀਓਲੋਜੀ 'ਚੋਂ ਨਿਕਲੇ ਲੱਗੇ ਨੇ, ਉਹਨਾਂ ਦੀ ਸੰਘ ਦੀ ਨਰਸਰੀ 'ਚੋਂ ਨਿਕਲ ਕੇ ਆਏ ਨੇ ਅੱਗੇ। ਵਿਚਾਰਧਾਰਾ ਫਿਰ ਮੈਂ ਕਹਿਣਾ ਕੋਈ ਗਲਤ ਨਹੀਂ ਹੈਗੀ, ਕਿਸੇ ਵੀ ਪਾਰਟੀ ਨਾਲ ਮੇਰਾ ਪੁਰਾਣਾ ਅਤੀਤ ਜੁੜਿਆ ਹੋ ਸਕਦਾ ਮੈਂ ਪਹਿਲਾਂ ਕਿਸੇ ਪਾਰਟੀ ਨਾਲ, ਜੋ ਬਸਪਾ ਨਾਲ ਜੁੜਿਆ ਹੋਵਾਂ, ਅੱਜ ਮੈਂ ਪੱਤਰਕਾਰ ਹੋਵਾਂ, ਲੇਕਿਨ ਮੇਰੀ ਜਿਹੜੀ ਵਿਚਾਰਧਾਰਾ ਮੇਰੇ ਅੰਦਰ ਵਾਮ ਸੇਫ ਜਾਂ ਹੋਰ ਜਿਹੜੀਆਂ ਬਸਪਾ ਦੀਆਂ ਵਿਚਾਰਧਾਰਾ ਜੇ ਹੈਗੀਆਂ, ਤਾਂ ਫਿਰ ਉਹ ਮੈਂ ਵਿਚਾਰਧਾਰਾ ਨੂੰ ਆਪਣੇ ਕੰਮਕਾਜ 'ਚ ਢਾਲਦਾ ਵੀ ਕਈ ਵਾਰ ਕੋਸ਼ਿਸ਼ ਕਰਦਾ ਕਿ ਮੈਂ ਉਸ ਵਿਚਾਰਧਾਰਾ 'ਤੇ ਪਹਿਰਾ ਦੇਵਾਂ। ਔਰ ਰਾਜਪਾਲ ਦੀ ਕੋਸ਼ਿਸ਼ ਜਿਹੜੀ ਹੈ ਗੈਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਜਿੱਥੇ BJP ਨਹੀਂ ਹੈਗੀ, ਉੱਥੇ ਬਾਰ-ਬਾਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜੇ ਹੈ ਇਹ ਚੁਣੀਆਂ ਹੋਈਆਂ ਸਰਕਾਰਾਂ ਵਾ, ਇਹਨਾਂ ਨੂੰ ਕਿਸੇ ਤਰੀਕੇ ਡਿਸਟਰਬ ਕਰੋ, ਇਹਨਾਂ ਦੇ ਕੰਮਕਾਜ 'ਚ ਦਖਲਅੰਦਾਜ਼ੀ ਕਰੋ। ਉਹਦਾ ਹੀ ਇਹ ਪ੍ਰੋਸੈਸ ਹੈ, ਤਦੇ ਹੀ ਜਿਹੜੀ ਹੈ ਸੁਪਰੀਮ ਕੋਰਟ ਵੱਲੋਂ ਝਾੜ ਪਈ ਹੈ। ਉਹੀ ਮਤਲਬ ਕਿ ਗੈਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਕੇਂਦਰ ਆਪਣੀ ਲੱਤ ਫਸਾ ਕੇ ਰੱਖੇ ਗਵਰਨਰ ਦੇ ਜ਼ਰੀਏ, ਤੇ ਇਹੀ ਚੱਲਦਾ ਜੀ। ਹੁਣ ਜੇ ਤੁਸੀਂ ਦੇਖੋ ਦਿੱਲੀ ਦੇ ਵਿੱਚ ਸੀਗਾ, ਦਿੱਲੀ ਦੇ ਵਿੱਚ ਸੁਪਰੀਮ ਕੋਰਟ ਤੋਂ ਕੇਜਰੀਵਾਲ ਦੀ ਸਰਕਾਰ ਦਾ ਹੱਕ 'ਚ ਫੈਸਲਾ ਆ ਗਿਆ, ਲੇਕਿਨ ਜ਼ਿਆਦਾ ਅਧਿਕਾਰ ਕੇਜਰੀਵਾਲ ਦੀ ਸਰਕਾਰ ਨੂੰ ਮਿਲ ਗਏ। ਲੇਕਿਨ ਬਾਅਦ ਦੇ ਵਿੱਚ ਲੋਕ ਸਭਾ ਤੇ ਰਾਜ ਸਭਾ 'ਚ ਬਿੱਲ ਪਾਸ ਕਰਤਾ ਗਿਆ, ਫਿਰ ਸਾਰੇ ਅਧਿਕਾਰ ਜਿਹੜੇ ਆ LG ਨੂੰ ਵਾਪਸ ਦੇ ਦਿੱਤੇ ਗਏ। ਸੋ ਕਹਿਣ ਦਾ ਇਹ ਮਕਸਦ ਹੈਗਾ ਕਿ ਜਿਹੜੇ ਗੈਰ BJP ਸ਼ਾਸਨ ਵਾਲੇ ਸੂਬੇ ਨੇ, ਉਹਨਾਂ ਦੇ ਵਿੱਚ ਗਵਰਨਰ ਦੇ ਜ਼ਰੀਏ
ਇਹਨਾਂ ਸਰਕਾਰਾਂ ਦੇ ਕੰਮਕਾਜ ਨੂੰ ਜਿਹੜਾ ਵਾ ਸਲੋ ਕੀਤਾ ਜਾ ਰਿਹਾ, ਇਹਨਾਂ ਸਰਕਾਰਾਂ ਦੇ ਕੰਮਕਾਜ ਨੂੰ ਡਿਸਟਰਬ ਕੀਤਾ ਜਾ ਰਿਹਾ। ਯਾਰ ਜਿਹੜੇ ਪੰਜਾਬ ਦੇ ਮੁੱਦੇ ਆ, ਮੈਂ ਅੱਗੇ ਵੀ ਗੱਲ ਕਰਦਾ ਹਟਿਆ, ਪੰਜਾਬ ਦੇ ਮੁੱਦੇ ਯਾਰ ਉਹਨਾਂ ਦੀ ਗੱਲ ਕੋਈ ਨਹੀਂ ਕਰਦਾ। ਗੱਲ ਕਰਦੇ ਰਹਿੰਦੇ ਆਪਾਂ, ਹੋਰ ਹੀ ਪਾਸੇ ਤੁਰਦੇ ਰਹਿੰਦੇ, ਸੁਪਰੀਮ ਕੋਰਟਾਂ 'ਚ ਚੱਲ ਜਾਓ, ਇੱਥੇ ਚੱਲ। ਜਿਹੜੇ ਪੰਜਾਬ ਦੇ ਬੇਸਿਕ ਮੁੱਦੇ ਆ, ਡਰੱਗ ਹੈ, ਬੇਅਦਬੀ ਹੈ, ਬੇਰੁਜ਼ਗਾਰੀ ਹੈ, ਬਜ਼ੁਰਗਾਂ ਦਾ ਬਾਹਰ ਜਾਣਾ ਵਾ, ਨੌਜਵਾਨਾਂ ਦਾ ਬਾਹਰ ਜਾਣਾ ਵਾ, ਪੰਜਾਬ ਖਾਲੀ ਹੋ ਰਿਹਾ, ਇਹਨੂੰ ਕਿੱਦਾਂ ਬਚਾਉਣਾ, ਪੰਜਾਬ ਦਾ ਸੱਭਿਆਚਾਰ, ਪੰਜਾਬ ਦੀ ਬੋਲੀ, ਇਹ ਸੰਸਕ੍ਰਿਤੀ ਨੂੰ ਆਪਾਂ ਕਿੱਦਾਂ ਬਚਾਉਣਾ, ਆਪਣੇ ਸੱਭਿਆਚਾਰ ਦੀ ਰੱਖਿਆ ਕਿੱਦਾਂ ਕਰਨੀ ਆ, ਮਾਂ ਬੋਲੀ ਨੂੰ ਕਿੱਦਾਂ ਅੱਗੇ ਲੈ ਕੇ ਜਾਣਾ, ਔਰ ਇਹ ਚੀਜ਼ਾਂ ਵੱਲ ਸਭ ਤੋਂ ਜ਼ਿਆਦਾ ਕੰਸਲਟੇਸ਼ਨ ਹੋਣੀ ਚਾਹੀਦੀ ਆ। ਉੱਧਰੋਂ ਕੰਸਲਟੇਸ਼ਨ ਹੋਣ ਦੀ ਬਜਾਏ ਜਿਹੜੀਆਂ ਨਿੱਜੀਆਂ ਲੜਾਈਆਂ, ਇਹਦੇ ਵਿੱਚ ਨੁਕਸਾਨ ਪੰਜਾਬ ਦਾ ਹੋ ਰਿਹਾ। ਉਹੀ ਚੀਜ਼ ਹੁੰਦੀ ਹੈ ਅੰਤ ਵਿੱਚ, ਜਦੋਂ ਸੁਪਰੀਮ ਕੋਰਟ ਦਾ ਰੁਖ ਕਰ ਲਓ, ਭਾਵੇਂ ਬਦਮਾਸ਼ੀ ਜਿੰਨੀ ਮਰਜ਼ੀ ਖੁੱਲ੍ਹ ਕੇ ਕੀਤੀ ਹੋਵੇ, ਲੱਤ ਜਿੰਨਾ ਮਰਜ਼ੀ ਖੁੱਲ੍ਹ ਕੇ ਅੜਾਈ ਹੋਵੇ, ਜਦੋਂ ਸੁਪਰੀਮ ਕੋਰਟ ਦਾ ਰੁਖ ਕਰਤਾ ਫਿਰ ਸਭ ਕੁਝ ਮੰਨਣ ਲੱਗ ਗਏ। ਨਹੀਂ, ਮੰਨਣਾ ਹੀ ਪੈਣਾ। ਸੁਪਰੀਮ ਕੋਰਟ ਨੇ, ਇੱਕ ਗੱਲ ਸੁਣੋ, ਸੁਪਰੀਮ ਕੋਰਟ ਦੇ ਜਸਟਿਸ ਔਰ ਚੀਫ ਜਸਟਿਸ ਜਿਹੜੇ ਨੇ ਰਿਸਪੈਕਟਡ ਨੇ, ਉਹਨਾਂ ਨੇ ਉਹ ਗੱਲ ਕਰਨੀ ਹੈ ਜੋ ਸੰਵਿਧਾਨ ਦੇ ਵਿੱਚ ਲਿਖੀ ਹੈ, ਜੋ ਸੰਵਿਧਾਨ ਦੇ ਮੁਤਾਬਕ ਹੈ। ਉਹ ਸੰਵਿਧਾਨ ਦੇ ਦਾਇਰੇ 'ਚੋਂ ਬਾਹਰ ਰਹਿ ਕੇ ਉਹ ਵੀ ਕੋਈ ਵੀ ਡਿਸੀਜ਼ਨ ਨਹੀਂ ਲੈ ਸਕਦੇ। ਹਿੰਦੁਸਤਾਨ ਦਾ ਸੰਵਿਧਾਨ ਸਭ ਤੋਂ ਉੱਪਰ ਹੈ। ਜਦੋਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਦੇਖਿਆ ਕਿ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਗਵਰਨਰ ਕੋਲ ਸਿਰਫ ਪਾਵਰ ਇਹ ਹੈ ਕਿ ਉਹਦੇ ਕੋਲ ਬਿੱਲ ਆਣੇ ਆ, ਬਿੱਲ ਦੇ ਵਿੱਚ ਉਹਨੇ ਕੁਝ ਪੁੱਛਗਿੱਛ ਕਰਨੀ ਹੈ ਕਰ ਲਵੇ, ਨਹੀਂ ਤਾਂ ਬਿੱਲ ਪਾਸ ਉਹਨਾਂ ਨੂੰ ਕਰਨਾ ਹੀ ਪੈਣਾ। ਜਿਵੇਂ ਚੁਣੀ ਹੋਈ ਸਰਕਾਰ ਜਿਹਦੇ ਕੋਲ ਜ਼ਿਆਦਾ MLA ਨੇ, ਉਹਨੂੰ ਸਹੁੰ ਚੁਕਾਣੀ ਹੀ ਪੈਣੀ ਹੈ। ਅੱਛਾ, ਇਹਨੂੰ ਕਨਕਲੂਡ ਕਰਦੇ ਹਾਂ ਡਾਕਟਰ ਸਾਹਿਬ। ਹੁਣ ਸਾਫ਼ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਕਿ ਜਿਵੇਂ ਆਪਾਂ ਗੱਲ ਕੀਤੀ ਕਿ ਲੱਤ ਤੜਾਈ ਜਾ ਰਹੀ ਹੈ, ਪਰ ਉੱਥੇ ਹੀ ਸੂਬੇ ਦੇ ਆਪਣੇ ਹਿੱਤ ਵੀ ਧਿਆਨ ਵਿੱਚ ਰੱਖਣੇ ਪੈਂਦੇ ਨੇ। ਪੰਜਾਬ ਸਰਕਾਰ ਜ਼ਰੂਰ ਕਰਦੀ ਪਈ ਹੈ, ਸੂਬੇ ਦੇ ਹਿੱਤਾਂ ਨੂੰ ਧਿਆਨ 'ਚ ਰੱਖਿਆ ਜਾ ਰਿਹਾ, ਪਰ ਕਿਤੇ ਨਾ ਕਿਤੇ ਗਵਰਨਰ ਦੀ ਵੀ ਡਿਊਟੀ ਬਣਦੀ ਹੈ, ਕਿਉਂਕਿ ਰਾਜਪਾਲ ਨੇ ਪੰਜਾਬ ਦੇ ਹਿੱਤਾਂ ਦਾ ਰਾਖੀ ਉਹਨਾਂ ਨੇ ਵੀ ਕਰਨੀ ਹੈ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੀ ਇਸ ਡਿਊਟੀ ਨੂੰ? ਦੇਖੋ, ਉਹ ਜਿਹੜੇ ਉਹਨਾਂ ਨੂੰ, ਮੈਂ ਸਮਝਦਾ ਕਿ ਗਵਰਨਰ ਨੂੰ ਅਗਰ ਪੰਜਾਬ ਦੇ ਨਾਲ ਪਿਆਰ ਹੈ, ਬਨਵਾਰੀ ਲਾਲ ਪ੍ਰੋਹਤ ਜੀ ਬੜੇ ਰਿਸਪੈਕਟਡ ਨੇ, ਬਹੁਤ ਸਿੰਸੀਅਰ ਨੇ, ਔਰ ਗੱਲਬਾਤ ਬੜੇ ਅੱਛੇ ਢੰਗ ਨਾਲ ਕਰਦੇ ਨੇ। ਪ੍ਰੀਵੀਅਸ ਇੱਕ ਪੱਤਰਕਾਰ ਵੀ ਰਹੇ ਨੇ, ਅਤੇ ਸੋਚ ਹੈ, ਸਮਝ ਹੈ। ਇਸ ਉਮਰ ਦੇ ਦਹਲੀਜ਼ ਤੱਕ ਆ ਕੇ ਬੜਾ ਤਜਰਬਾ ਹੋ ਜਾਂਦਾ ਪੰਜਾਬ ਦੀਆਂ ਬੇਸਿਕ ਪ੍ਰੋਬਲਮ ਨੂੰ ਸਮਝਣ। ਪੰਜਾਬ ਦੇ ਵਿੱਚ ਬਾਰਡਰ ਦੇ ਵਿੱਚ ਕੋਈ ਇੰਡਸਟਰੀ ਨਹੀਂ ਹੈ, ਕੇਂਦਰ ਸਰਕਾਰ ਦੇ ਨਾਲ ਗੱਲ ਕਰਨ, CM ਦੇ ਅਤੇ ਕੇਂਦਰ ਸਰਕਾਰ ਦੇ ਵਿੱਚ ਇੱਕ ਪੁੱਲ ਬਣਨ, ਕਹਿਣ ਜੀ ਪੰਜਾਬ ਦੇ ਵਿੱਚ ਆ 553 ਕਿਲੋਮੀਟਰ ਦੀ ਬੈਲਟ 'ਚ ਇੰਡਸਟਰੀ ਨੂੰ ਪ੍ਰਮੋਟ ਕਰੋ। ਜਿਹੜੀ ਬਾਰਡਰ ਵਾਲੀ ਬੈਲਟ ਹੈ ਉਹ ਰੀਹੈਬਲੀਟੇਟ ਹੋਏਗੀ। ਪੰਜਾਬ ਦੇ ਵਿੱਚੋਂ ਡਰੱਗ ਨੂੰ ਕਿੱਦਾਂ ਖ਼ਤਮ ਕੀਤਾ ਜਾ ਸਕਦਾ, ਕੇਂਦਰ ਸਰਕਾਰ ਕੀ ਮਦਦ ਕਰ ਸਕਦੀ ਹੈ, ਉਹਦੇ ਉੱਤੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨ। ਪੰਜਾਬ ਦੇ ਵਿੱਚ ਪਾਣੀ ਨੂੰ ਕਿੱਦਾਂ ਬਚਾਇਆ ਜਾ ਸਕਦਾ। ਅਸੀਂ ਫਸਲੀ ਚੱਕਰ ਦੇ ਵਿੱਚੋਂ, ਹੁਣ ਤੁਹਾਡੇ ਸਾਹਮਣੇ MSP ਦਾ ਕਿੰਨਾ ਰੌਲਾ ਪਿਆ ਹੋਇਆ ਸੁਪਰੀਮ ਕੋਰਟ 'ਚ, ਪੰਜਾਬ ਦੀ ਸਿਆਸਤ ਗਰਮ ਹੋਈ ਪਈ ਆ, ਪਰਾਲੀ ਦਾ ਕਿੰਨਾ ਰੌਲਾ ਪਿਆ। ਅਸੀਂ ਪਰਾਲੀ ਨੂੰ ਸੰਭਾਲਣ ਵਾਲੇ ਪਾਸੇ ਚੱਲੀਏ। ਗਵਰਨਰ ਸਾਹਿਬ ਦਾ ਧਿਆਨ ਹੋਣਾ ਚਾਹੀਦਾ ਕਿ ਪੰਜਾਬ ਦੀ ਪਰਾਲੀ ਨਾਲ, ਚਲੋ ਮੈਂ ਕਹਿੰਦਾ ਬਨਵਾਰੀ ਲਾਲ ਪ੍ਰੋਹਤ ਜੀ 1 ਸਾਲ ਦਾ ਟਾਰਗੇਟ ਲੈ ਲੈਣ ਕਿ ਪੰਜਾਬ ਦੀ ਪਰਾਲੀ ਦੀ ਸੰਭਾਲ ਕਰਨੀ ਹੈ। ਜਿਵੇਂ ਨਿਤਿਨ ਗਡਕਰੀ ਕਹਿੰਦੇ ਕਿ ਬਾਇਓਗੈਸ ਚਲਾਓ ਜੀ ਕਰੋ, ਅਗਰ ਇਹ ਕਰਾ ਜਾਣ, ਪੰਜਾਬ ਦੀਆਂ ਅਗਲੀਆਂ ਜਨਰੇਸ਼ਨਾਂ ਜਿਹੜੀਆਂ ਬਨਵਾਰੀ ਲਾਲ ਪ੍ਰੋਹਤ ਜੀ ਨੂੰ ਯਾਦ ਕਰਨੀਆਂ। ਲੇਕਿਨ ਗੱਲ ਇਹ ਹੈਗੀ ਹੈ ਕਿ ਜਿਹੜੇ ਪੰਜਾਬ ਦੇ ਅਸਲੀ ਮੁੱਦੇ ਆ ਉਹਨਾਂ ਤੋਂ ਹਟ ਕੇ ਜੇ ਆਪਾਂ ਨਿੱਜੀ ਲੜਾਈਆਂ ਵੱਲ ਚੱਲਾਂਗੇ ਤਾਂ ਸਾਡੇ ਸੂਬੇ ਦਾ ਨੁਕਸਾਨ ਹੈ। ਤਾਂ ਬਿਲਕੁਲ ਗੱਲ ਉਹੀ ਹੈ, ਕਿਉਂਕਿ ਇੱਕ ਪਾਸੇ ਲੜਾਈ ਕੋਈ ਹੁਣ ਦੀ ਨਹੀਂ ਚੱਲੀ, ਇਹ ਵਿਵਾਦ ਬੜੇ ਦੇਰ ਦਾ ਚੱਲਦਾ ਆ ਰਿਹਾ, ਕਈ ਮਹੀਨੇ ਲੰਘ ਗਏ ਇਹਨਾਂ ਵਿਵਾਦਾਂ ਦੇ ਵਿੱਚ ਔਰ ਚਿੱਠੀਆਂ ਪੱਤਰਾਂ ਦੇ ਵਿੱਚ, ਪਰ ਹੁਣ ਇਹ ਕਿਤੇ ਨਾ ਕਿਤੇ ਥੰਮਦੀ ਨਜ਼ਰ ਆ ਰਹੀ ਹੈ। ਪਰ ਕਦੋਂ ਦੁਬਾਰਾ ਉੱਠ ਜਾਵੇ ਚੰਗਿਆੜੀ, ਕਦੋਂ ਅੱਗ ਬਣ ਜਾਵੇ ਪਤਾ ਨਹੀਂ ਲੱਗਦਾ। ਆਉਣ ਵਾਲਾ ਸਮਾਂ ਕੀ ਇਸ ਲੜਾਈ ਨੂੰ ਦੁਬਾਰਾ ਭਾਂਬੜਾ ਵਾਂਗ ਮਚਾਵੇਗਾ ਜਾਂ ਫਿਰ ਇਹ ਹੁਣ ਠੱਲ ਜਾਵੇਗੀ, ਇਹ ਸਮਾਂ ਦੱਸੇਗਾ। ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਵਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। Subscribe to One India channel and never miss an update.